ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ। ਅੱਜ ਦੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮੁੱਚੀ ਮਾਨਵਤਾ ਨੂੰ ਪਾਵਨ ਤੇ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਭਾਈ, ਜੇ ਕੋਈ ਸੱਚ ਦੇ ਨਾਮ ਦਾ ਵਪਾਰੀ ਹੈ ਤਾਂ ਮੇਰੇ ਨਾਲ ਆ ਕੇ ਉਹ ਵਪਾਰ ਕਰ ਲਵੇ। ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਅੱਜ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਜੀਵਾਂ ਨੂੰ ਹੋਕਾ ਦੇ ਰਹੇ ਨੇ ਕਿ ਭਾਈ, ਹੈ ਕੋਈ ਸੱਚ ਦੇ ਨਾਮ ਦਾ ਵਪਾਰੀ ਜੋ ਸੱਚ ਦੇ ਰਸਤੇ ਤੇ ਚੱਲਣਾ ਚਾਹੁੰਦਾ ਹੋਵੇ ਤੇ ਸੱਚ ਦੀ ਕਮਾਈ ਕਰਨਾ ਚਾਹੁੰਦਾ ਹੋਵੇ। ਅਗਰ ਐਸਾ ਕੋਈ ਜੀਵ ਹੈ ਤਾਂ ਮੇਰੇ ਨਾਲ ਆ ਕੇ ਵਪਾਰ ਕਰੇ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ, ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਅਗਿਆਨਤਾ ਕਰਕੇ ਅਤੇ ਝੂਠੇ ਸੰਸਾਰੀ ਬੰਧਨਾਂ ਕਰਕੇ ਬੜਾ ਔਖਾ ਆ, ਪਹਾੜੀ ਵਰਗਾ ਔਖਾ ਹੈ। ਤੇ ਉੱਪਰੋਂ ਜੋ ਜੀਵ ਦਾ ਮਨ ਰੂਪੀ ਬੈਲ ਆ ਉਹ ਬਹੁਤ ਕਮਜ਼ੋਰ ਹੋ ਚੁੱਕਿਆ ਹੈ। ਇਸ ਕਰਕੇ ਭਾਈ, ਇਸ ਸੱਚ ਦੇ ਰਸਤੇ ਤੇ ਚੱਲ ਕੇ ਮੰਜ਼ਿਲ ਤੇ ਪਹੁੰਚਣਾ ਸਤਿਗੁਰੂ ਜੀ ਫਰਮਾਉਂਦੇ ਨੇ ਬੜਾ ਹੀ ਔਖਾ ਹੈ। ਇੱਕ ਸੱਚ ਦਾ ਜੋ ਰਸਤਾ ਹੈ ਸਾਧ ਸੰਗਤ ਜੀ, ਪ੍ਰਮਾਤਮਾ ਦੀ ਪ੍ਰਾਪਤੀ ਦਾ ਰਸਤਾ, ਇਹ ਪਹਾੜੀ ਵਾਂਗੂ ਬੜਾ ਉੱਚਾ ਨੀਵਾਂ ਹੈ, ਚੜ੍ਹਨਾ ਬਹੁਤ ਔਖਾ ਹੈ। ਤੇ ਜਿਸ ਦੇ ਉੱਪਰ ਅਸੀਂ ਬੈਠ ਕੇ ਜਾਣਾ ਹੈ ਸਾਧ ਸੰਗਤ ਜੋ ਮਨ ਹੈ, ਇਹ ਜੋ ਮਨ ਰੂਪੀ ਬੈਲ ਹੈ, ਇਹ ਬਹੁਤ ਹੀ ਕਮਜ਼ੋਰ ਹੋ ਚੁੱਕਿਆ ਆ। ਇਹ ਰਸਾ ਕਸਾਂ ਦੇ ਵਿੱਚ ਫਸਿਆ ਹੋਇਆ। ਤੇ ਸਤਿਗੁਰੂ ਜੀ ਫਰਮਾਉਂਦੇ, ਭਾਈ ਫਿਰ ਸਾਨੂੰ ਕੋਈ ਗੁਰੂ ਦਾ ਗਿਆਨ ਹੀ ਹੈ, ਸੱਚੇ ਗੁਰੂ ਦਾ ਗਿਆਨ, ਜੋ ਸਾਡੇ ਮਨ ਰੂਪੀ ਬੈਲ ਨੂੰ, ਇਹ ਜੋ ਕਮਜ਼ੋਰੀ ਹੈ ਨਾ ਅਗਿਆਨਤਾ ਦੀ, ਇਸ ਨੂੰ ਦੂਰ ਕਰ ਸਕਦਾ ਹੈ, ਉਸ ਨੂੰ ਸ਼ਕਤੀਸ਼ਾਲੀ ਬਣਾ ਸਕਦਾ। ਫਿਰ ਅਸੀਂ ਇਹ ਜੋ ਸੱਚ ਦੀ ਚੜ੍ਹਾਈ ਹੈ ਕਰ ਸਕਦੇ ਹਾਂ। ਘਟ ਅਵ ਘਟ ਡੂੰਗਰ ਕਣਾ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਉ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਸਤਿਗੁਰੂ ਰਵਿਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ, ਹੋਕਾ ਦੇ ਰਹੇ ਨੇ ਤੇ ਜੀਵਾਂ ਨੂੰ ਸਮਝਾ ਰਹੇ ਨੇ ਕਿ ਭਾਈ, ਜਿਵੇਂ ਇੱਕ ਗੁਣਹੀਣ ਬੈਲ ਹੋਵੇ, ਕਮਜ਼ੋਰ ਜਿਹਾ ਬੈਲ, ਤੇ ਉਸ ਦੇ ਨਾਲ ਪਹਾੜੀ ਰਸਤਾ ਚੜ੍ਹਨਾ ਹੋਵੇ ਤਾਂ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜੋ ਪਹਾੜੀ ਦਾ ਰਸਤਾ ਵੀ ਬੜਾ ਬਿਖੜਾ ਤੇ ਸੰਘਣਾ ਰਸਤਾ ਹੋਵੇ ਤੇ ਬੈਲ ਵੀ ਬੜਾ ਕਮਜ਼ੋਰ ਹੋਵੇ ਤਾਂ ਸਾਧ ਸੰਗਤ ਜੀ ਮੰਜ਼ਿਲ ਪ੍ਰਾਪਤ ਕਰਨਾ ਬੜਾ ਔਖਾ ਹੋ ਜਾਂਦਾ। ਇਸੇ ਤਰ੍ਹਾਂ ਸੰਸਾਰੀ ਜੀਵ ਲਈ ਦੁਰਲਭ ਮਨੁੱਖ ਜਨਮ ਪ੍ਰਾਪਤ ਕਰਕੇ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਬੜਾ ਔਖਾ ਹੈ। ਔਖਾ ਕਿਉਂ ਹੈ? ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ, ਇਸ ਦਾ ਜੋ ਮਨ ਹੈ ਉਹ ਕਿਸੇ ਹੋਰ ਪਾਸੇ ਹੀ ਚੱਲਿਆ ਹੋਇਆ ਹੈ। ਇਹ ਅਗਿਆਨਤਾ ਦੇ ਵਿੱਚ, ਨਸ਼ਿਆਂ ਦੇ ਵਿੱਚ, ਮੈਂ ਮੇਰੀ ਦੇ ਹੰਕਾਰ ਦੇ ਵਿੱਚ ਫਸਿਆ ਹੋਇਆ ਹੈ ਤੇ ਸੰਸਾਰ ਦੇ ਝੂਠੇ ਬੰਧਨਾਂ ਦੇ ਕਾਰਨ ਇਸ ਨੂੰ ਇਹ ਰਸਤਾ ਸਾਧ ਸੰਗਤ ਜੀ ਹੋਰ ਵੀ ਖਤਰਨਾਕ, ਪਹਾੜੀ ਵਾਂਗ ਕਠਿਨ ਤੇ ਜੰਗਲ ਵਾਂਗ ਘਣਾ ਲੱਗਦਾ ਹੈ। ਤੇ ਇਸ ਰਸਤੇ ਤੋਂ ਲੰਘਣ ਵਾਲੇ ਜੀਵ ਦਾ ਮਨ ਰੂਪੀ ਬੈਲ ਬਹੁਤ ਕਮਜ਼ੋਰ ਹੈ। ਤੇ ਹੇ ਪ੍ਰਮਾਤਮਾ ਜੀ, ਮੇਰੀ ਆਪ ਜੀ ਦੇ ਅੱਗੇ ਬੇਨਤੀ ਹੈ ਕਿ ਸੰਸਾਰੀ ਜੀਵਾਂ ਦੇ ਸਵਾਸਾ ਰੂਪੀ ਪੂੰਜੀ ਦੀ ਰੱਖਿਆ ਕਰੋ। ਘਟ ਅਵ ਘਟ ਡੂੰਗਰ ਕਣਾ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਉ ਇੱਕ ਬੇਨਤੀ, ਮੇਰੇ ਪੂੰਜੀ ਰਾਖ ਮੁਰਾਰ। ਕਿ ਭਾਈ, ਜੋ ਜੀਵ ਵੀ ਸੱਚ ਦੇ ਰਸਤੇ ਤੇ ਚੱਲਣਾ ਚਾਹੁੰਦਾ, ਸਾਧ ਸੰਗਤ ਜੀ, ਸੱਚ ਦਾ ਜੋ ਰਸਤਾ ਆ ਉਹ ਕੋਈ ਸੌਖਾ ਨਹੀਂ ਜੀ ਹੁੰਦਾ। ਅਸੀਂ ਦੇਖਿਆ ਵੀ ਜਿੰਨੇ ਵੀ ਸੰਤ ਮਹਾਂਪੁਰਸ਼ ਹੋਏ ਨੇ, ਜਿੰਨੇ ਵੀ ਸੱਚ ਦੇ ਰਸਤੇ ਤੇ ਚੱਲਣ ਵਾਲੀਆਂ ਮਹਾਨ ਆਤਮਾਵਾਂ ਹੋਈਆਂ ਨੇ, ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਕਬੀਰ ਸਾਹਿਬ, ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਨਾਨਕ ਦੇਵ ਮਹਾਰਾਜ, ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ, ਜਿਨ੍ਹਾਂ ਨੇ ਸੱਚ ਦਾ ਰਸਤਾ ਉਲੀਕਿਆ। ਤੇ ਸਾਧ ਸੰਗਤ ਜੀ, ਐਸਾ ਹੋ ਹੀ ਨਹੀਂ ਜੇ ਸਕਦਾ ਜੋ ਸੱਚ ਦੇ ਰਸਤੇ ਤੇ ਚੱਲਦਾ ਹੋਵੇ ਤੇ ਉਸ ਨੂੰ ਸਮੱਸਿਆਵਾਂ ਨਾ ਆਉਂਦੀਆਂ ਹੋਣ। ਤੇ ਸਮੱਸਿਆ ਕਿਸੇ ਵੀ ਪ੍ਰਕਾਰ ਦੀ ਹੋ ਸਕਦੀ ਹੈ ਸਾਧ ਸੰਗਤ ਜੀ। ਇਹ ਹੋ ਹੀ ਨਹੀਂ ਜੇ ਸਕਦਾ ਕਿ ਆਪਾਂ ਸੱਚ ਦੇ ਰਸਤੇ ਤੇ ਚੱਲੀਏ ਤੇ ਬੜਾ ਸੌਖਾ ਰਸਤਾ ਹੋਵੇ। ਪਹਿਲਾਂ ਤਾਂ ਸਤਿਗੁਰੂ ਜੀ ਫਰਮਾਉਂਦੇ, ਭਾਈ ਇਹ ਮਨ ਨੂੰ ਮਨਾਉਣਾ ਪੈਂਦਾ ਆ।
ਇਹ ਮਨ ਰਸਾ ਕਸਾਂ ਦੇ ਵਿੱਚ ਫਸਿਆ ਹੋਇਆ ਆ, ਤੇ ਬਹੁਤੇ ਜੋ ਜੀਵ ਨੇ ਸਾਧ ਸੰਗਤ 'ਚ ਇਸ ਮਨ ਨੂੰ ਮਨਾ ਨਹੀਂ ਜੇ ਪਾਉਂਦੇ। ਕੋਈ ਨਸ਼ਿਆਂ ਦੇ ਵਿੱਚ, ਕੋਈ ਮੈਂ ਮੇਰੀ ਦੇ ਹੰਕਾਰ ਦੇ ਵਿੱਚ, ਕੋਈ ਬੇਈਮਾਨੀਆਂ ਦੇ ਵਿੱਚ ਫਸ ਕੇ ਰਹਿ ਜਾਂਦਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ, ਭਾਈ ਜੋ ਆਪਣੇ ਮਨ ਨੂੰ ਮਨਾ ਲੈਂਦੇ ਨੇ ਨਾ, ਫਿਰ ਉਹਨਾਂ ਦਾ ਹੀ ਰਸਤਾ ਸੌਖਾ ਹੋ ਜਾਂਦਾ। ਫਿਰ ਉਹ ਸੱਚ ਦੀ ਕਮਾਈ ਆਪਣੇ ਅੰਦਰੋਂ ਹੀ ਪ੍ਰਾਪਤ ਕਰ ਲੈਂਦੇ ਨੇ। ਕੋ ਬਨ ਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ ਰਹਾਉ। ਸਤਿਗੁਰੂ ਰਵਿਦਾਸ ਮਹਾਰਾਜ ਜੀ ਹੋਕਾ ਦੇ ਰਹੇ ਨੇ ਕਿ ਭਾਈ ਜੇਕਰ ਕੋਈ ਪ੍ਰਮਾਤਮਾ ਦੇ ਸੱਚ ਦੇ ਨਾਮ ਦਾ ਵਪਾਰੀ ਹੈ, ਜੇ ਕੋਈ ਵਪਾਰ ਕਰਨਾ ਚਾਹੁੰਦਾ ਤਾਂ ਮੇਰੇ ਪਾਸ ਆਵੇ, ਮੇਰੇ ਨਾਲ ਆ ਕੇ ਪ੍ਰਮਾਤਮਾ ਦੇ ਨਾਮ ਦਾ ਵਪਾਰ ਕਰ ਲਵੇ। ਮੇਰਾ ਟਾਂਡਾ, ਮੇਰਾ ਜੋ ਗੱਡਾ ਆ, ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਸੱਚ ਦੇ ਨਾਮ ਨਾਲ, ਪ੍ਰਮਾਤਮਾ ਦੇ ਨਾਮ ਨਾਲ ਲੱਦਿਆ ਹੋਇਆ ਹੈ। ਕੋ ਬਨ ਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ। ਤੇ ਸਾਧ ਸੰਗਤ ਜੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਵੀ ਸਾਨੂੰ ਇਹੀ ਹੋਕਾ ਦੇ ਰਹੀ ਹੈ ਕਿ ਭਾਈ ਕੋਈ ਸੱਚ ਦੇ ਨਾਮ ਦਾ ਵਪਾਰੀ ਹੈ ਤਾਂ ਮੈਨੂੰ ਪੜ੍ਹੇ ਆ ਕੇ। ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਪੜ੍ਹੇ, ਉਸ ਅੰਮ੍ਰਿਤ ਬਾਣੀ ਦੇ ਨਾਲ ਆਪਣੇ ਜੀਵਨ ਨੂੰ ਉਸ ਦੇ ਅਨੁਸਾਰ ਢਾਲੇ, ਸੱਚ ਦੀ ਕਮਾਈ ਕਰੇ। ਤੇ ਸਾਧ ਸੰਗਤ ਜੀ ਜੇ ਅਸੀਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਦਰਸ਼ਨ ਕਰਨੇ ਨੇ, ਸਾਨੂੰ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਵਿੱਚ ਉਹਨਾਂ ਦੇ ਦਰਸ਼ਨ ਦੀਦਾਰੇ ਹੁੰਦੇ ਨੇ। ਤੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਵਿੱਚ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਹੋਕਾ ਦੇ ਰਹੇ ਨੇ ਕਿ ਭਾਈ ਆਓ ਸੱਚ ਦਾ ਵਪਾਰ ਕਰੋ ਮੇਰੇ ਨਾਲ। ਇਹ ਝੂਠ ਦੀਆਂ ਕਮਾਈਆਂ, ਅਗਿਆਨਤਾ ਦਾ ਡਰ, ਇਹ ਝੂਠ ਦਾ ਡਰ, ਬੇਈਮਾਨੀਆਂ, ਨਸ਼ਾ ਛੱਡੀਏ ਤੇ ਸੱਚ ਦੀ ਕਮਾਈਆਂ ਕਰੀਏ। ਕੋ ਬਨ ਜਾਰੋ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ ਰਹਾਉ। ਤੇ ਭਾਈ ਇਕੱਲੇ ਗੁਰੂ ਕਹਿਣ ਨਾਲ ਗੱਲ ਨਹੀਂ ਜੇ ਬਣਦੀ। ਬਹੁਤੇ ਲੋਕ ਨੇ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਕਹਿੰਦੇ ਨੇ, ਹੋਰ ਵੀ ਸੰਤ ਮਹਾਂਪੁਰਸ਼ਾਂ ਨੂੰ ਆਪਣਾ ਗੁਰੂ ਬਣਾ ਰੱਖਿਆ, ਪਰ ਸਾਧ ਸੰਗਤ ਜੀ ਚਲਦੇ ਮਾੜੇ ਮਾਰਗ ਤੇ ਨੇ। ਕੋਈ ਨਸ਼ੇ ਦਾ ਸੇਵਨ ਕਰਦਾ ਹੈ, ਕੋਈ ਬੇਈਮਾਨੀਆਂ ਠੱਗੀਆਂ ਕਰਦਾ ਹੈ। ਤੇ ਸਤਿਗੁਰਾਂ ਨੂੰ ਗੁਰੂ ਕਹਿਣ ਦਾ ਉਦੋਂ ਹੀ ਫਾਇਦਾ ਹੋਵੇਗਾ ਸਾਧ ਸੰਗਤ ਜੀ ਜੋ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਰਸਤਾ ਦੱਸ ਰਹੇ ਨੇ, ਉਸ ਰਸਤੇ ਤੇ ਚੱਲੀਏ। ਜੋ ਪਾਵਨ ਪਵਿੱਤਰ ਗੱਲਾਂ ਸਾਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਵੀ ਸਮਝਾ ਰਹੇ ਨੇ, ਉਸ ਦੇ ਅਨੁਸਾਰ ਅਸੀਂ ਆਪਣੇ ਜੀਵਨ ਨੂੰ ਢਾਲੀਏ। ਸਭ ਤੋਂ ਪਹਿਲਾਂ ਤਾਂ ਜੋ ਅਗਿਆਨਤਾ ਦਾ ਹਨੇਰਾ ਸਾਧ ਸੰਗਤ ਜੀ ਗੁਰੂ ਦਾ ਗਿਆਨ ਲੈ ਕੇ ਉਸ ਨੂੰ ਦੂਰ ਕਰੀਏ। ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਚੋਂ ਨਿਕਲੀਏ ਤੇ ਆਪਣੇ ਅੰਦਰ ਬੈਠੇ ਉਸ ਪਰਮ ਪਿਤਾ ਪ੍ਰਮਾਤਮਾ ਦੇ ਨਾਲ ਜੁੜੀਏ। ਤੇ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਸਭ ਤੋਂ ਪਹਿਲਾਂ ਤਾਂ ਜੋ ਵਾਰ ਦੀ ਖੋਜ ਹੈ ਨਾ, ਉਹ ਅਸੀਂ ਬੰਦ ਕਰਨੀ ਹੈ। ਕਿਉਂਕਿ ਜਦੋਂ ਵੀ ਸਾਨੂੰ ਸੱਚ ਦੀ ਪ੍ਰਾਪਤੀ ਹੋਣੀ ਹੈ, ਸਤਿਗੁਰੂ ਜੀ ਫਰਮਾਉਂਦੇ ਸਾਨੂੰ ਭਾਈ ਅੰਦਰੋਂ ਹੀ ਹੋਣੀ ਹੈ। ਫਿਰ ਅਸੀਂ ਆਪਣੇ ਆਪ ਨੂੰ ਨਸ਼ਿਆਂ ਤੋਂ ਬਚਾ ਕੇ ਰੱਖਣਾ ਸਾਧ ਸੰਗਤ ਜੀ। ਆਪਣੇ ਬੱਚਿਆਂ ਨੂੰ ਖੂਬ ਪੜ੍ਹਾਉਣਾ ਆ, ਆਪਣੀ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਤੇ ਸੱਚ ਦੀ ਕਮਾਈ ਕਰਨੀ, ਬੇਈਮਾਨੀ ਦੀ ਕਮਾਈ ਨਹੀਂ ਜੀ ਕਰਨੀ। ਹੱਥਾਂ ਨਾਲ ਕਿਰਤ ਕਮਾਈਆਂ ਕਰਦੇ ਕਰਦੇ ਉਸ ਪਰਮ ਪਿਤਾ ਪ੍ਰਮਾਤਮਾ ਦਾ ਸਿਮਰਨ ਕਰਨਾ ਆ। ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਜੋ ਸੱਚ ਦਾ ਰਸਤਾ ਇਹੀ ਹੈ। ਇਹ ਨਹੀਂ ਹੈ ਕਿ ਸਾਨੂੰ ਕੁਝ ਵਿਸ਼ੇਸ਼ ਕਰਨਾ ਪਵੇਗਾ ਸਾਧ ਸੰਗਤ ਜੀ। ਸੱਚ ਇਹੀ ਹੈ ਕਿ ਭਾਈ ਅਸੀਂ ਸੱਚ ਨਾਲ ਜੁੜਨਾ ਹੈ। ਜੋ ਝੂਠ ਹੈ ਉਸ ਦਾ ਸਾਥ ਛੱਡਣਾ ਹੈ, ਨਸ਼ੇ ਬੇਈਮਾਨੀਆਂ ਦਾ ਸਾਥ ਛੱਡਣਾ ਹੈ, ਇਮਾਨਦਾਰੀ ਨਾਲ ਆਪਣਾ ਜੀਵਨ ਜਿਉਣਾ ਸਾਧ ਸੰਗਤ ਜੀ। ਹੱਥਾਂ ਨਾਲ ਕਿਰਤ ਕਮਾਈਆਂ ਕਰਨੀਆਂ ਨੇ ਤੇ ਜੀਵਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਆ। ਆਪਣੇ ਬੱਚਿਆਂ ਨੂੰ ਪੜ੍ਹਾਉਣਾ ਹੈ ਤੇ ਰਲ ਮਿਲ ਕੇ ਸਮਾਜ ਨੂੰ ਅੱਗੇ ਲੈ ਕੇ ਜਾਣਾ। ਭਾਈ ਇਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਉਪਦੇਸ਼ ਦੇ ਰਹੇ ਨੇ। ਬਾਕੀ ਇਹ ਨਹੀਂ ਹੈ ਕਿ ਕਿਤੇ ਖਾਸ ਜਗ੍ਹਾ ਤੇ ਜਾ ਕੇ ਸਾਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ, ਕਿਉਂਕਿ ਸਤਿਗੁਰਾਂ ਦਾ ਫਰਮਾਨ ਹੈ, ਕਹਿ ਰਵਿਦਾਸ ਹਾਥ ਪੈ ਨੇਰਾ ਸਹਿਜ ਹੋਏ ਸੋ ਹੋਏ, ਕਿ ਭਾਈ ਉਸ ਪ੍ਰਮਾਤਮਾ ਦੀ ਪ੍ਰਾਪਤੀ ਲਈ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ। ਤੇ ਜੇਕਰ ਸਾਧ ਸੰਗਤ ਜੇ ਸਾਰੀਆਂ ਗੱਲਾਂ ਅਸੀਂ ਸਮਝ ਜਾਂਦੇ ਹਾਂ ਤਾਂ ਸਮਝ ਲੈਂਦੇ ਹਾਂ ਕਿ ਅਸੀਂ ਸੱਚ ਦਾ ਵਪਾਰ ਕਰ ਲਿਆ ਆ। ਫਿਰ ਅਸੀਂ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪਿਆਰੇ ਪੁੱਤਰ ਬਣ ਜਾਵਾਂਗੇ। ਫਿਰ ਅਸੀਂ ਵੀ ਸੱਚ ਦੇ ਵਪਾਰੀ ਬਣ ਜਾਵਾਂਗੇ ਜੇ ਅਸੀਂ ਝੂਠ ਦਾ ਵਪਾਰ ਛੱਡ ਕੇ ਸੱਚ ਦਾ ਵਪਾਰ ਕਰਦੇ ਹਾਂ। ਹੋ ਬਨ ਜਾਰੋ ਰਾਮ ਕੋ ਸਹਿਜ ਕਰੋ ਵਪਾਰ, ਮੈਂ ਰਾਮ ਨਾਮ ਤਨ ਲਾਦਿਆ
ਬਿਖਲਾ ਦੀ ਸੰਸਾਰ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਮੈਂ ਸੰਸਾਰ ਦੇ ਵਿੱਚ ਤੁਰੀਆ ਅਵਸਥਾ ਦਾ ਵਪਾਰ ਕਰਦਾ ਹਾਂ, ਜੋ ਕਿ ਸੰਸਾਰ ਦੇ ਵਿੱਚ ਭੇਦਭਾਵ ਤੋਂ ਉੱਪਰ ਉੱਠ ਕੇ 9 ਦੁਆਰਿਆਂ ਤੇ ਉੱਤੇ 10ਵੇਂ ਦੁਆਰ ਤੇ ਪਹੁੰਚ ਕੇ ਪ੍ਰਾਪਤ ਹੁੰਦੀ ਹੈ। ਤੇ ਇੱਥੇ ਜਾ ਕੇ ਸਾਧ ਸੰਗਤ ਜੀ ਨਾ ਤਾਂ ਕੋਈ ਵੱਡਾ ਰਹਿੰਦਾ, ਨਾ ਕੋਈ ਛੋਟਾ ਰਹਿੰਦਾ ਹੈ, ਨਾ ਕੋਈ ਅਮੀਰ ਹੈ, ਨਾ ਕੋਈ ਗਰੀਬ ਹੈ, ਨਾ ਕੋਈ ਉਸ ਧਰਮ ਦਾ ਹੈ, ਨਾ ਕੋਈ ਇਸ ਧਰਮ ਦਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਫਿਰ ਉੱਥੇ ਇਹ ਵੀ ਖਤਮ ਹੋ ਜਾਂਦਾ ਕਿ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਸ ਅਵਸਥਾ ਦੇ ਵਿੱਚ ਪਹੁੰਚ ਕੇ ਸਾਨੂੰ ਹੋਕਾ ਦੇ ਰਹੇ ਨੇ ਸਾਧ ਸੰਗਤ ਜੀ। ਨਹੀਂ ਤਾਂ ਬਹੁਤੇ ਅੱਜ ਐਸੇ ਨੇ ਜਿਨ੍ਹਾਂ ਨੇ ਖੁਦ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਜੇ ਕੀਤੀ ਤੇ ਲੋਕਾਂ ਨੂੰ ਵਪਾਰ ਦਾ ਹੋਕਾ ਦਿੰਦੇ ਨੇ। ਪਰ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਮੈਂ ਉਸ ਅਵਸਥਾ ਦੇ ਵਿੱਚ ਪਹੁੰਚ ਗਿਆ ਹਾਂ ਜਿੱਥੇ ਮੇਰੇ ਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਹੈ। ਤੇ ਸੱਚੇ ਸਾਧ ਸੰਗਤ ਜੀ ਉਹ ਸਾਰੀ ਦੁਨੀਆ ਦਾ ਮਾਲਕ ਸਾਡੇ ਅੰਦਰ ਹੀ ਬੈਠਾ ਹੈ। ਲੋੜ ਹੈ ਗੁਰੂ ਦਾ ਗਿਆਨ ਲੈਣ ਦੀ, ਗੁਰੂ ਮੰਤਰ ਦੀ ਕਮਾਈ ਕਰਨ ਦੀ, ਹੱਥਾਂ ਨਾਲ ਕਿਰਤ ਕਮਾਈਆਂ ਕਰਦੇ ਉਸ ਪ੍ਰਮਾਤਮਾ ਦਾ ਸਿਮਰਨ ਕਰਨ ਦੀ। ਤੇ ਜਦੋਂ ਸਾਰੀ ਦੁਨੀਆ ਦਾ ਮਾਲਕ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਵੇਗਾ, ਸਤਿਗੁਰੂ ਜੀ ਫਰਮਾਉਂਦੇ ਨੇ ਫਿਰ ਉਹ ਅਵਸਥਾ ਬਣੇਗੀ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਫਿਰ ਸਾਨੂੰ ਸਮਝ ਆਉਂਦੀ ਹੈ ਸਾਧ ਸੰਗਤ ਜੀ ਕਿ ਸਾਡੇ ਤੇ ਪ੍ਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ। ਉਹ ਸਾਰੀ ਦੁਨੀਆ ਦਾ ਮਾਲਕ ਸਾਡੇ ਅੰਦਰ ਹੀ ਬੈਠਾ ਹੈ। ਅਪਤਨ ਕਾ ਜੋ ਕਰੈ ਵਿਚਾਰ, ਤਿਸ ਨਹੀਂ ਜਮ ਕੰਕਰ ਕਰੈ ਖਵਾਰ। ਕਿ ਭਾਈ ਜੋ ਆਪਣੇ ਸਰੀਰ ਦਾ ਵਿਚਾਰ ਕਰਦਾ, ਜੋ ਆਪਣੇ ਸਰੀਰ ਦੇ ਅੰਦਰੋਂ ਪ੍ਰਮਾਤਮਾ ਦੀ ਖੋਜ ਕਰਦਾ ਆ, ਉਸ ਨੂੰ ਹੀ ਸੱਚ ਦੀ ਪ੍ਰਾਪਤੀ ਹੁੰਦੀ ਹੈ। ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਜੋ ਖੋਜੇ ਸੋ ਪਾਵੇ। ਕਿ ਭਾਈ ਜੋ ਪ੍ਰਮਾਤਮਾ ਬ੍ਰਹਮੰਡ ਦੇ ਵਿੱਚ ਹੈ, ਸਤਿਗੁਰੂ ਪੀਪਾ ਜੀ ਮਹਾਰਾਜ ਫਰਮਾਉਂਦੇ ਨੇ ਉਹੀ ਪ੍ਰਮਾਤਮਾ ਸਾਡੇ ਸਰੀਰ ਦੇ ਵਿੱਚ ਹੈ। ਪਰ ਮਿਲਦਾ ਉਸ ਨੂੰ ਹੀ ਹੈ ਸਾਧ ਸੰਗਤ ਜੀ ਜੋ ਗੁਰਾਂ ਦੇ ਦਿਖਾਏ ਮਾਰਗ ਤੇ ਚੱਲਦਾ ਹੈ, ਸੱਚ ਦੇ ਮਾਰਗ ਤੇ। ਸਤਿਗੁਰੂ ਕਬੀਰ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ ਮੋਹੇ ਐਸੇ ਬਨਜ ਸਿਓ ਨਹੀਂ ਕਾਜ, ਜਹ ਕਟ ਮੂਲ ਨਿਤ ਬੜੈ ਵਿਆਜ। ਕਿ ਭਾਈ ਮੈਨੂੰ ਇਸ ਸੰਸਾਰ ਦੇ ਵਿੱਚ ਪ੍ਰਮਾਤਮਾ ਦੇ ਸੱਚੇ ਵਪਾਰ ਤੋਂ ਬਿਨਾਂ ਹੋਰ ਕਿਸੇ ਝੂਠੇ ਵਪਾਰ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ, ਜਿਸ ਦੇ ਕਰਨ ਨਾਲ ਸਵਾਸਾ ਰੂਪੀ ਮੂਲ ਘਟ ਜਾਂਦੇ ਨੇ ਤੇ ਜੋ ਕਰਮਾ ਰੂਪੀ ਵਿਆਜ ਨੇ ਸਾਧ ਸੰਗਤ ਜੋ ਵੱਧ ਜਾਂਦਾ ਹੈ। ਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ ਮਨ ਰੂਪੀ ਬੈਲ ਉੱਤੇ ਪ੍ਰਮਾਤਮਾ ਦੇ ਰਾਮ ਨਾਮ ਦੇ ਸੱਚੇ ਧਨ ਨੂੰ ਮੈਂ ਲੱਦਿਆ ਹੋਇਆ ਆ। ਪਰ ਸੰਸਾਰ ਦੇ ਜੋ ਲੋਕ ਨੇ ਨਾ ਸਾਧ ਸੰਗਤ ਜੀ, ਉਹਨਾਂ ਨੇ ਵਿਕਾਰਾ ਰੂਪੀ ਝੂਠੇ ਧਨ ਨੂੰ ਲੱਦਿਆ ਹੋਇਆ ਆ। ਕੋਈ ਨਸ਼ਿਆਂ ਦੇ ਵਪਾਰ ਦੇ ਵਿੱਚ ਲੱਗਿਆ ਹੋਇਆ ਆ, ਕੋਈ ਸਵੇਰ ਤੋਂ ਸ਼ਾਮ ਤੱਕ ਸਾਧ ਸੰਗਤ ਜੀ ਝੂਠ ਦੀ ਦੁਕਾਨ ਚਲਾਉਂਦਾ ਹੈ, ਕਿਸੇ ਨੇ ਅਗਿਆਨਤਾ ਦਾ ਸਮਾਨ ਲੱਦਿਆ ਹੋਇਆ ਹੈ, ਝੂਠੇ ਵਹਿਮਾਂ ਭਰਮਾਂ ਅਡੰਬਰਾਂ ਦਾ ਸਮਾਨ ਲੱਦਿਆ ਹੋਇਆ ਹੈ। ਹੋ ਬਨ ਜਾਰੋ ਰਾਮ ਕੋ ਸਹਿਜ ਕਰੋ ਵਪਾਰ, ਮੈਂ ਰਾਮ ਨਾਮ ਤਨ ਲਾਦਿਆ ਬਿਖਲਾ ਦੀ ਸੰਸਾਰ। ਕਿ ਭਾਈ ਮੈਂ ਸੱਚ ਦਾ ਸਮਾਨ ਲੱਦਿਆ ਹੋਇਆ ਹੈ। ਪਰ ਸੰਸਾਰ ਦੇ ਬਹੁਤੇ ਲੋਕ ਐਸੇ ਨੇ ਜਿਨ੍ਹਾਂ ਨੇ ਐਸਾ ਸਮਾਨ ਲੱਦਿਆ ਹੈ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਦਾ। ਤੇ ਇਸੇ ਲਈ ਸਤਿਗੁਰੂ ਜੀ ਸਾਨੂੰ ਹੋਕਾ ਦੇ ਰਹੇ ਨੇ ਕਿ ਭਾਈ ਅਸੀਂ ਸੱਚ ਦਾ ਸਮਾਨ ਲੱਦੀਏ, ਅਗਿਆਨਤਾ ਤੋਂ ਅਡੰਬਰਾਂ ਪਖੰਡਾਂ ਤੋਂ ਬਚੀਏ। ਉਰਵਾਰ ਭਾਰ ਕੇ ਦਾਨੀਆਂ, ਲਿਖ ਲੈ ਹੋ ਆਲ ਪਤਾਲ। ਮੋਹਿ ਜਮ ਡੰਡ ਨ ਲਾਗਈ, ਤਜ ਲੈ ਸਰਬ ਜੰਜਾਲ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਮੈਂ ਸੰਸਾਰ ਦੇ ਵਿੱਚ ਪ੍ਰਮਾਤਮਾ ਦੇ ਸੱਚੇ ਨਾਮ ਦਾ ਵਪਾਰ ਕੀਤਾ ਆ। ਇਸ ਲਈ ਲੋਕ ਅਤੇ ਪ੍ਰਲੋਕ ਤੇ ਮਨੁੱਖ ਜਨਮ ਦੇ ਲੇਖੇ ਦਾ ਹਿਸਾਬ ਰੱਖਣ ਵਾਲੇ ਚਿੱਤਰਗੁਪਤ ਜੀ, ਮੇਰੇ ਲੇਖੇ ਦੇ ਵਿੱਚ ਮੇਰੀ ਕਿਸਮਤ 'ਚ ਭਾਵੇਂ ਜੋ ਮਰਜ਼ੀ ਲਿਖ ਦੋ, ਮੈਨੂੰ ਹੁਣ ਡਰ ਨਹੀਂ ਜੇ ਲੱਗਦਾ। ਇਹ ਸਾਧ ਸੰਗਤ ਜੀ ਇਹ ਐਸੀ ਅਵਸਥਾ ਹੁੰਦੀ ਹੈ ਕਿ ਜਦੋਂ ਸਾਨੂੰ ਗੁਰਾਂ ਦੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਨਾ, ਜਦੋਂ ਸਾਨੂੰ ਸੱਚ ਦੀ ਪ੍ਰਾਪਤੀ ਹੁੰਦੀ ਹੈ। ਆਮ ਤੌਰ ਤੇ ਦੇਖੇ ਨਾ ਸਾਧ ਸੰਗਤ ਜੀ ਲੋਕ ਕਿਸਮਤ ਨੂੰ ਦੋਸ਼ ਦਿੰਦੇ ਨੇ ਕਿ ਭਾਈ ਮੇਰੀ ਕਿਸਮਤ ਜੋ ਹੈ ਇਸ ਤਰ੍ਹਾਂ ਦੀ ਹੈ, ਮਾੜੀ ਹੈ। ਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਸੱਚ ਦੀ ਪ੍ਰਾਪਤੀ ਤੋਂ ਬਾਅਦ ਧਰਮ ਦੇ ਵਿੱਚ ਜਿਸ ਨੂੰ ਕਿਹਾ ਜਾਂਦਾ ਕਿ ਭਾਈ ਜੋ ਚਿੱਤਰਗੁਪਤ ਹੈ ਉਹ ਲੇਖੇ ਦਾ ਹਿਸਾਬ ਕਿਤਾਬ ਰੱਖਦਾ ਹੈ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਮੈਂ ਸੱਚ ਦਾ ਵਪਾਰੀ ਬਣ ਗਿਆ ਹਾਂ, ਮੈਂ ਸੱਚ ਦਾ ਵਪਾਰ ਕਰਦਾ ਹਾਂ, ਮੈਂ ਸੱਚ ਦੀ ਪ੍ਰਾਪਤੀ ਕਰ ਲਈ। ਤੇ ਇਸ ਅਵਸਥਾ ਦੇ ਵਿੱਚ ਜਾ ਕੇ ਮੈਨੂੰ ਹੁਣ ਜਮਾਂ ਦਾ ਡਰ ਨਹੀਂ ਜੇ ਲੱਗਦਾ। ਮੋਹੇ ਜਮ ਡੰਡ ਨ ਲਾ ਗਈ, ਤਜ ਲੈ ਸਰਬ ਜੰਜਾਲ। ਕਿ ਭਾਈ ਹੁਣ ਮੇਰੇ ਲੇਖੇ ਵਿੱਚ ਜੋ ਮਰਜ਼ੀ ਅਲਪਲ ਲਿਖਿਆ ਜਾਵੇ,
ਪਰ ਮੈਨੂੰ ਹੁਣ ਜਮਦੂਤਾਂ ਦਾ ਡਰ ਨਹੀਂ ਜੇ ਲੱਗਦਾ, ਕਿਉਂਕਿ ਮੈਂ ਤੇ ਪ੍ਰਮਾਤਮਾ ਹੁਣ ਇੱਕ ਹੀ ਹੋ ਗਏ ਆ। ਮੈਂ ਸੱਚ ਦੀ ਜੋ ਪ੍ਰਾਪਤੀ ਕਰ ਲਈ ਹੈ ਤੇ ਮੈਂ ਸੰਸਾਰ ਦੇ ਸਾਰੇ ਜੰਜਾਲਾਂ ਨੂੰ ਤੋੜ ਦਿੱਤਾ ਹੈ। ਸਾਧ ਸੰਗਤ ਜੀ, ਜਮਾ ਦਾ ਡਰ ਉਹਨਾਂ ਨੂੰ ਹੁੰਦਾ ਹੈ ਜੋ ਬੇਈਮਾਨੀਆਂ ਕਰਦੇ ਨੇ। ਜਮਾ ਦਾ ਡਰ ਉਹਨਾਂ ਨੂੰ ਹੁੰਦਾ ਹੈ ਜੋ ਝੂਠ ਦਾ ਵਪਾਰ ਕਰਦੇ ਨੇ, ਜੋ ਆਪ ਨਸ਼ਾ ਕਰਦੇ ਨੇ, ਲੋਕਾਂ ਦੇ ਧੀਆਂ ਪੁੱਤਾਂ ਨੂੰ ਮਾਰ ਰਹੇ ਨੇ, ਜੋ ਸਵੇਰ ਤੋਂ ਸ਼ਾਮ ਤੱਕ ਸਾਧ ਸੰਗਤ ਜੀ ਲੋਕਾਂ ਨੂੰ ਠੱਗਦੇ ਨੇ। ਜਮਾ ਦਾ ਡਰ ਉਹਨਾਂ ਨੂੰ ਹੁੰਦਾ ਹੈ ਜੋ ਬੇਈਮਾਨੀਆਂ ਕਰਦੇ ਨੇ। ਪਰ ਸਾਧ ਸੰਗਤ ਜੀ ਜੋ ਸੱਚ ਦੇ ਰਸਤੇ ਤੇ ਚੱਲਦੇ ਨੇ, ਸਤਿਗੁਰੂ ਜੀ ਫਰਮਾਉਂਦੇ ਭਾਈ, ਉਹਨਾਂ ਨੂੰ ਜਮਾ ਦਾ ਡਰ ਨਹੀਂ ਜੀ ਹੁੰਦਾ, ਕਿਉਂਕਿ ਜਿਸ ਨੇ ਕਰਨੀ ਹੀ ਸੱਚ ਦੀ ਕਮਾਈ ਹੈ। ਤੇ ਜਦੋਂ ਸੱਚ ਦੀ ਪ੍ਰਾਪਤੀ ਹੋ ਗਈ, ਸਮਝੋ ਸਾਧ ਸੰਗਤ ਜੋ ਪਰਮ ਪਿਤਾ ਪ੍ਰਮਾਤਮਾ ਸਾਨੂੰ ਆਪਣੇ ਅੰਦਰੋਂ ਹੀ ਮਿਲ ਗਿਆ। ਤੇ ਜੋ ਜੀਵ ਸੱਚ ਦੇ ਮਾਰਗ ਤੇ ਚੱਲਦਾ ਹੈ, ਪ੍ਰਮਾਤਮਾ ਦਾ ਸਿਮਰਨ ਕਰਦਾ ਹੈ, ਇਮਾਨਦਾਰੀ ਦੀ ਰੋਟੀ ਕਮਾਉਂਦਾ, ਸਾਧ ਸੰਗਤ ਜੋ ਜਿੰਦਾ ਹੀ ਮੁਕਤ ਹੋ ਜਾਂਦਾ ਹੈ। ਜਮਦੂਤਾਂ ਦਾ ਡਰ ਤਾਂ ਉਹਨਾਂ ਨੂੰ ਲੱਗਦਾ ਜੋ ਪ੍ਰਮਾਤਮਾ ਨੂੰ ਭੁਲਾ ਕੇ ਬੇਈਮਾਨੀਆਂ, ਠੱਗੀਆਂ, ਦੁਨੀਆ ਨੂੰ ਧੋਖਾ ਦੇ ਰਹੇ ਨੇ। ਸੰਸਾਰੀ ਬੰਧਨਾਂ ਦੇ ਵਿੱਚ ਜੋ ਫਸੇ ਹੋਏ ਨੇ, ਰਵਾਰ ਪਾਰ ਕੇ ਦਾਨੀਆਂ, ਲਿਖ ਲੈ ਹੋ ਆਲ ਪਤਾਲ, ਮੋਹਿ ਜਮ ਡੰਡ ਨ ਲਾਗੇ, ਤਜਲੇ ਸਰਬ ਜੰਜਾਲ। ਜੈਸਾ ਰੰਗ ਕਸੁੰਭ ਕਾ, ਤੈਸਾ ਏ ਸੰਸਾਰ। ਮੇਰੇ ਰਮਈਏ ਰੰਗ ਮਜੀਠ ਕਾ, ਕਹੁ ਰਵਿਦਾਸ ਚਮਾਰ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ, ਜਿਸ ਪ੍ਰਕਾਰ ਜੋ ਕੁਸੁੰਭ ਦਾ ਰੰਗ ਹੈ ਨਾ ਸਾਧ ਸੰਗਤ ਜੀ, ਉਹ ਕੱਚਾ ਆ ਅਤੇ ਅਸਥਿਰ ਹੁੰਦਾ ਹੈ, ਉਹ ਪੱਕਾ ਰਹਿਣ ਵਾਲਾ ਨਹੀਂ ਹੈ, ਹਮੇਸ਼ਾ ਰਹਿਣ ਵਾਲਾ ਨਹੀਂ ਹੈ। ਉਸੇ ਤਰ੍ਹਾਂ ਇਹ ਸੰਸਾਰ ਵੀ ਅਸਥਿਰ ਹੈ, ਨਾਸ਼ਵਾਨ ਹੈ। ਤੇ ਜਿਸ ਪ੍ਰਕਾਰ ਇਹ ਸੰਸਾਰ ਨਾਸ਼ਵਾਨ ਹੈ ਨਾ ਸਾਧ ਸੰਗਤ ਜੀ, ਇਹ ਜੋ ਸੰਸਾਰ ਦੇ ਲੋਕ ਹੈ, ਸੰਸਾਰ ਨੂੰ ਇਸ ਤਰ੍ਹਾਂ ਪ੍ਰੀਤ ਲਗਾ ਕੇ ਬੈਠੇ ਨੇ ਜਿਵੇਂ ਉਹਨਾਂ ਨੇ ਕਦੇ ਜਾਣਾ ਹੀ ਨਾ ਹੋਵੇ। ਜੇਕਰ ਅਸੀਂ ਮਨ ਦੇ ਵਿੱਚ ਇਹ ਵਿਚਾਰ ਲੈ ਕੇ ਚੱਲੀਏ ਕਿ ਭਾਈ ਅਸੀਂ ਕਦੇ ਜਾਣਾ ਨਹੀਂ ਹੈ, ਤਾਂ ਲੋਕੀ ਜ਼ਮੀਨ ਜਾਇਦਾਦਾਂ ਬੇਈਮਾਨੀਆਂ ਕਰਕੇ ਇਕੱਠੀਆਂ ਕਰਦੇ ਪਏ ਨੇ, ਇੰਨੀਆਂ ਠੱਗੀਆਂ ਠੋਰੀਆਂ ਬੇਈਮਾਨੀਆਂ ਦੀ ਕਮਾਈਆਂ ਕਰ ਰਹੇ ਨੇ ਭਾਈ, ਜਿਵੇਂ ਉਹਨਾਂ ਨੇ ਪਤਾ ਨਹੀਂ ਕਿੰਨੇ ਕੁ ਜਨਮ ਇੱਥੇ ਬੈਠ ਕੇ ਖਾਣਾ ਹੋਵੇ। ਪਰ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ, ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਵੰਸਰ ਉਪਰ ਮਰਨਾ। ਕਿਆ ਤੂੰ ਸੋਇਆ ਜਾਗ ਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਭਾਈ ਜੇ ਕਮਾਈ ਕਰਨੀ ਹੈ, ਇਮਾਨਦਾਰੀ ਦੀ ਕਰ, ਸੱਚ ਦੀ ਕਰ, ਕਿਉਂਕਿ ਇਹ ਜੇ ਸੰਸਾਰ ਹੈ ਜਿਸ ਨੂੰ ਅਸੀਂ ਸੱਚ ਸਮਝੀ ਬੈਠੇ ਹਾਂ ਸਾਧ ਸੰਗਤ ਜੀ, ਇਹ ਸੰਸਾਰ ਸੱਚ ਨਹੀਂ ਹੈ। ਅਸੀਂ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ। ਇੱਕ ਸੁੰਭ ਦੇ ਰੰਗ ਵਰਗਾ ਕੱਚਾ ਹੈ। ਤੇ ਭਾਈ ਅਸੀਂ ਜਾਣ ਤੋਂ ਪਹਿਲਾਂ ਐਸੀ ਸੱਚ ਦੀ ਕਮਾਈ ਕਰਕੇ ਜਾਈਏ, ਸਾਡਾ ਜੋ ਜੀਵਨ ਹੈ ਉਹ ਵੀ ਸਫਲ ਹੋਵੇ ਸਾਧ ਸੰਗਤ ਜੀ, ਤੇ ਜਿਨ੍ਹਾਂ ਲਈ ਅਸੀਂ ਕਮਾਈ ਕਰ ਰਹੇ ਹਾਂ ਉਹਨਾਂ ਦਾ ਜੀਵਨ ਵੀ ਸਫਲ ਹੋਵੇ। ਭਾਰਤ ਦੇਸ਼ ਦੇ ਵਿੱਚ ਕਿੰਨਾ ਭੇਦਭਾਵ ਸੀ, ਜਾਤੀਗਤ ਭੇਦਭਾਵ, ਧਾਰਮਿਕ ਭੇਦਭਾਵ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਐਸਾ ਸੱਚ ਦਾ ਬਿਗਲ ਵਜਾਇਆ। ਸਤਿਗੁਰੂ ਰਵਿਦਾਸ ਮਹਾਰਾਜ ਜੀ, ਸਤਿਗੁਰੂ ਕਬੀਰ ਸਾਹਿਬ, ਸਤਿਗੁਰੂ ਨਾਮਦੇਵ ਜੀ, ਸਤਿਗੁਰੂ ਸਦਨਾ ਜੀ, ਸਤਿਗੁਰੂ ਤ੍ਰਿਲੋਚਨ ਜੀ ਨੇ ਸਾਧ ਸੰਗਤ ਜੀ ਸੱਚ ਦਾ ਬਿਗਲ ਵਜਾਇਆ। ਤੇ ਅੱਜ ਅਸੀਂ ਉਹਨਾਂ ਨੂੰ ਨਮਸਕਾਰਾਂ ਕਰਦੇ ਪਏ ਹਾਂ। ਬੜੀ ਮਾਣ ਤੇ ਸਤਿਕਾਰ ਨਾਲ ਅਸੀਂ ਉਹਨਾਂ ਨੂੰ ਪ੍ਰਣਾਮ ਕਰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਪੜ੍ਹਦੇ ਹਾਂ। ਤੇ ਸਰੀਰ ਦਾ ਸਾਧ ਸੰਗਤ ਜੀ ਉਹਨਾਂ ਮਹਾਂਪੁਰਸ਼ਾਂ ਦੇ ਵੀ ਸਾਡੇ ਵਰਗੇ ਹੀ ਸਨ। ਜ਼ਿਕਰ ਫਰਕ ਸੀ ਸਾਧ ਸੰਗਤ ਜੀ ਉਹਨਾਂ ਦੀ ਸੋਚ ਦਾ ਤੇ ਉਹਨਾਂ ਦੇ ਕਰਮਾਂ ਦਾ। ਤੇ ਅਸੀਂ ਵੀ ਉਹਨਾਂ ਨੂੰ ਗੁਰੂ ਕਹਿੰਦੇ ਹਾਂ, ਜਗਤ ਗੁਰੂ ਕਹਿੰਦੇ ਹਾਂ। ਤੇ ਗੁਰੂ ਕਹਿਣ ਦਾ ਉਦੋਂ ਹੀ ਫਾਇਦਾ ਹੋਣਾ ਜਦੋਂ ਅਸੀਂ ਉਹਨਾਂ ਦੇ ਦਿਖਾਏ ਮਾਰਗ ਤੇ ਚੱਲਾਂਗੇ। ਜੋ ਸੱਚ ਦਾ ਬਿਗਲ ਵਜਾ ਕੇ ਉਹਨਾਂ ਨੇ ਜਾਤੀਗਤ ਭੇਦਭਾਵ ਖਤਮ ਕੀਤਾ, ਧਾਰਮਿਕ ਭੇਦਭਾਵ, ਵਹਿਮਾਂ ਭਰਮਾਂ ਡੰਬਰਾਂ ਦਾ ਜੋ ਸਾਧ ਸੰਗਤ ਜੀ ਡਰ ਸੀ ਉਹ ਖਤਮ ਕੀਤਾ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਵਿੱਚ। ਤੇ ਬਾਬਾ ਸਾਹਿਬ ਨੇ ਸਾਨੂੰ ਸੰਵਿਧਾਨ ਦੇ ਵਿੱਚ ਬਰਾਬਰ ਦਾ ਅਧਿਕਾਰ ਲੈ ਕੇ ਦਿੱਤਾ। ਸਾਰੇ ਜੀਵਾਂ ਨੂੰ ਇਹ ਨਹੀਂ ਹੈ ਕਿ ਸਾਡੇ ਲਈ, ਸਾਰੇ ਜੀਵਾਂ ਨੂੰ ਹੀ ਸਮਾਨ ਕਰ ਦਿੱਤਾ। ਤੇ ਸਾਧ ਸੰਗਤ ਜੀ ਜੇ ਐਸੀ ਸੋਚ ਅਸੀਂ ਲੈ ਕੇ ਚੱਲਾਂਗੇ, ਫੇਰ ਹੀ ਸਾਡਾ ਜੋ ਜੀਵਨ ਆ ਉਹ ਕਾਮਯਾਬ ਹੋਵੇਗਾ। ਤੇ ਐਸੇ ਮਹਾਂਪੁਰਸ਼ ਜੋ ਆਪਣਾ ਜੀਵਨ ਵੀ ਸਵਾਰਦੇ ਨੇ, ਪਹਿਲਾਂ ਤਾਂ ਆਪਣਾ ਜੀਵਨ ਸਵਾਰਨਾ ਹੈ ਸਾਧ ਸੰਗਤ ਜੀ, ਆਪਣੇ ਆਪ ਨੂੰ ਗਿਆਨਵਾਨ ਕਰਨਾ ਹੈ। ਇਹ ਨਹੀਂ ਹੈ ਕਿ ਸਾਨੂੰ ਗਿਆਨ ਨਹੀਂ ਹੈ ਤੇ ਅਸੀਂ ਲੋਕਾਂ ਨੂੰ ਸਮਝਾਉਣ ਤੁਰ ਪਈਏ। ਜਿੰਨੇ ਵੀ ਸੰਤ ਮਹਾਂਪੁਰਸ਼ ਹੋਏ ਨੇ ਪਹਿਲਾਂ ਆਪ ਗਿਆਨ ਦੀ ਪ੍ਰਾਪਤੀ ਕੀਤੀ, ਆਪ ਸੱਚ ਦੀ ਕਮਾਈਆਂ ਕੀਤੀਆਂ ਨੇ। ਬਾਬਾ ਸਾਹਿਬ ਨੇ ਪਹਿਲਾਂ ਆਪ ਪੜ੍ਹਾਈਆਂ ਕੀਤੀਆਂ ਨੇ, ਫੇਰ ਸੱਚ ਦੇ ਮਾਰਗ ਤੇ ਚੱਲੇ ਨੇ।
ਆਪਣੇ ਆਪ ਨੂੰ ਪਹਿਲਾਂ ਕਾਮਯਾਬ ਕਰਨਾ ਹੈ ਸਾਧ ਸੰਗਤ ਜੀ, ਫਿਰ ਸਮਾਜ ਦਾ ਹੱਥ ਫੜਨਾ ਹੈ। ਪਰ ਬਹੁਤੇ ਲੋਕ ਐਸੇ ਨੇ ਕਿ ਜੋ ਪਹਿਲਾਂ ਆਪ ਕਾਮਯਾਬ ਹੋ ਜਾਂਦੇ ਨੇ, ਫਿਰ ਸਮਾਜ ਦਾ ਸਾਥ ਹੀ ਛੱਡ ਦਿੰਦੇ ਨੇ। ਐਸਾ ਨਹੀਂ ਜੇ ਕਰਨਾ ਸਾਧ ਸੰਗਤ ਜੀ। ਸਤਿਗੁਰਾਂ ਨੇ ਫਰਮਾਇਆ ਆ, ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸੰਭਸੈ ਰਵਿਦਾਸ ਰਹਿ ਪ੍ਰਸੰਨ। ਕਿ ਭਾਈ ਉਹ ਸੁਪਨਾ ਫੇਰ ਹੀ ਪੂਰਾ ਹੋਵੇਗਾ ਜੇ ਅਸੀਂ ਸਤਿਗੁਰਾਂ ਦੇ ਦਿਖਾਏ ਮਾਰਗ ਤੇ ਚੱਲੀਏ। ਪਰ ਕਾ ਬੁਰਾ ਨਾ ਰਾਖੋ ਚੀਤ, ਤੁਮਕੋ ਦੁੱਖ ਨਹੀਂ ਪਾਈ ਮੀਤ। ਕਿ ਭਾਈ ਸਭ ਦਾ ਹੀ ਭਲਾ ਮੰਗਿਆ ਕਰ, ਉਹ ਪ੍ਰਮਾਤਮਾ ਤੇਰਾ ਭਲਾ ਸਭ ਤੋਂ ਪਹਿਲਾਂ ਕਰੇਗਾ। ਜੈਸਾ ਰੰਗ ਕੁਸੁੰਭ ਕਾ ਤੈਸਾ ਏ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ ਕਹੁ ਰਵਿਦਾਸ ਸਮਾਰ। ਤੇ ਭਾਈ ਜੋ ਇਸ ਸੰਸਾਰ ਨੂੰ ਸੱਚ ਸਮਝ ਲੈਂਦੇ ਨੇ ਨਾ ਸਾਧ ਸੰਗਤ ਜੀ, ਫਿਰ ਉਹ ਬੇਈਮਾਨੀਆਂ ਦੇ ਚੱਕਰਾਂ ਦੇ ਵਿੱਚ ਪੈ ਜਾਂਦੇ ਨੇ। ਬੇਈਮਾਨੀਆਂ, ਠੱਗੀਆਂ, ਠੋਰੀਆਂ ਕਰਕੇ ਜ਼ਮੀਨਾਂ, ਜਾਇਦਾਦਾਂ, ਪੈਸੇ ਦਾ ਢੇਰ ਲਾ ਦਿੰਦੇ ਨੇ। ਪਰ ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਨਾਲ ਕੁਝ ਵੀ ਨਹੀਂ ਲੈ ਕੇ ਜਾਂਦੇ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੈ ਦੇਖੈ ਸੁਨੈ ਬੋਲੇ ਦੋਰਿਓ ਫਿਰਤ ਹੈ। ਜਬ ਕਛ ਪਾਵੈ ਤਬ ਗਰਵ ਕਰਤ ਹੈ, ਮਾਇਆ ਗਈ ਤਬ ਰੋਵਣ ਲੱਗਤ ਹੈ। ਕਿ ਭਾਈ ਸਾਰੀ ਉਮਰ ਜੋ ਇਹ ਜੋ ਮਿੱਟੀ ਦਾ ਪੁਤਲਾ ਆ, ਇਹ ਮਾਇਆ ਦੇ ਪਿੱਛੇ ਭੱਜਿਆ ਰਹਿੰਦਾ ਹੈ। ਪਰ ਜਾਣ ਲੱਗੇ ਸਾਧ ਸੰਗਤ ਜੀ ਨਾਲ ਕੁਝ ਵੀ ਨਹੀਂ ਜੇ ਲੈ ਕੇ ਜਾਂਦਾ। ਉੱਚੇ ਮੰਦਰ ਸਾਲ ਰਸੋਈ, ਏਕ ਘਰੀ ਫਨ ਰਹਿਣ ਨਾ ਹੋਈ। ਬੜੀ ਮਿਹਨਤ ਕਰਕੇ ਸਾਧ ਸੰਗਤ ਜੀ, ਬੜੀਆਂ ਕਮਾਈਆਂ ਕਰਕੇ ਵੱਡੇ ਵੱਡੇ ਮਹਿਲ, ਸੋਹਣੀ ਸੋਹਣੀ ਰਸੋਈ ਬਣਾਉਂਦਾ ਆ, ਪਰ ਜਦੋਂ ਅੰਤ ਸਮਾਂ ਆਉਂਦਾ ਨਾਲ ਕੁਝ ਵੀ ਨਹੀਂ ਜੇ ਲੈ ਕੇ ਜਾਂਦਾ। ਇਹ ਨਹੀਂ ਹੈ ਕਿ ਸਤਿਗੁਰੂ ਜੀ ਸਾਨੂੰ ਕਮਾਈਆਂ ਕਰਨ ਤੋਂ ਰੋਕਦੇ ਨੇ। ਸਤਿਗੁਰੂ ਜੀ ਤਾਂ ਆਪ ਫਰਮਾਉਂਦੇ ਨੇ, ਜੀਬਾ ਸੋ ਓਂਕਾਰ ਜਪ ਹੱਥਨ ਸੋ ਕਰਕਾਰ, ਰਾਮ ਮਿਲੇ ਘਰ ਆਏ ਕਰ ਕਹਿ ਰਵਿਦਾਸ ਵਿਚਾਰ। ਕਿ ਭਾਈ ਕਿਰਤ ਕਰੋ, ਪਰ ਕਿਰਤ ਹੋਵੇ ਇਮਾਨਦਾਰੀ ਦੀ। ਚਾਹੇ ਕਮਾਈ ਜ਼ਿਆਦਾ ਹੋਵੇ ਘੱਟ ਹੋਵੇ, ਅਸੀਂ ਇਮਾਨਦਾਰੀ ਦੀ ਕਮਾਈ ਨਹੀਂ ਜੇ ਛੱਡਣੀ। ਜੋ ਬੇਈਮਾਨੀ ਦਾ ਪੈਸਾ ਸਾਧ ਸੰਗਤ ਜੀ ਸਾਡੇ ਕਿਤੇ ਕੰਮ ਨਹੀਂ ਜਾਣਾ। ਅੱਜ ਖੁਸ਼ੀ ਦਿੰਦਾ, ਕੱਲ ਦੁੱਖ ਵੀ ਦੇਵੇਗਾ। ਤੇ ਇਸ ਲਈ ਸਤਿਗੁਰੂ ਜੀ ਸਾਨੂੰ ਅੱਜ ਸਮਝਾ ਰਹੇ ਨੇ, ਭਾਈ ਇਹ ਜੋ ਸੰਸਾਰ ਹੈ ਇੱਕ ਸੁੰਭ ਵਰਗਾ, ਇਹ ਸੱਚਾ ਨਹੀਂ ਹੈ, ਝੂਠਾ ਹੈ। ਤੇ ਜੇ ਇਸ ਸੰਸਾਰ ਨੂੰ ਅਸੀਂ ਵਧੀਆ ਬਣਾਉਣਾ ਸਾਧ ਸੰਗਤ ਜੀ, ਸਿਰਫ ਸੱਚ ਦੇ ਰਸਤੇ ਤੇ ਚੱਲ ਕੇ ਅਸੀਂ ਆਪਣਾ ਜੀਵਨ ਵੀ ਸਵਾਰ ਸਕਦੇ ਹਾਂ, ਤੇ ਅਸੀਂ ਦੂਸਰਿਆਂ ਦਾ ਜੀਵਨ ਵੀ ਸਵਾਰ ਸਕਦੇ ਹਾਂ। ਜਿੰਨੇ ਵੀ ਸੰਤ ਮਹਾਂਪੁਰਸ਼ ਹੋਏ ਨੇ ਸਾਧ ਸੰਗਤ ਜੀ, ਕਿੰਨੇ ਲੋਕਾਂ ਨੂੰ ਤਾਰ ਕੇ ਗਏ ਨੇ। ਸਤਿਗੁਰ ਕਬੀਰ ਸਾਹਿਬ ਮਹਾਰਾਜ ਜੀ ਵੀ ਇਹੀ ਫਰਮਾਉਂਦੇ ਨੇ, ਜੈਸਾ ਰੰਗ ਕੁਸੁੰਭ ਕਾ ਮਨ ਬੋਰਾ, ਤਿਉ ਪਸਰਿਓ ਪਾਸਾਰ। ਦੁੱਖ ਸੁੱਖ ਕਰਕੇ ਕੁਟੰਬ ਜਵਾਇਆ, ਮਰਤੀ ਬਾਰਿਕ ਸਿਰ ਦੁੱਖ ਪਾਇਆ। ਹੇ ਝੱਲੇ ਮਨ ਵਾਲੇ ਪੁਰਸ਼ਾ, ਜਿਵੇਂ ਕੁਸੁੰਭ ਦਾ ਰੰਗ ਕੱਚਾ ਆ, ਅਸਥਿਰ ਹੈ, ਤਿਵੇਂ ਮਾਇਆ ਦਾ ਪਸਰਿਆ ਹੋਇਆ ਪਸਾਰਾ ਵੀ ਝੂਠਾ ਤੇ ਸਥਿਰ ਹੈ। ਤੇ ਅਸੀਂ ਸਾਧ ਸੰਗਤ ਜੀ ਇਸੇ ਜਾਲ ਦੇ ਵਿੱਚ ਹੀ ਫਸ ਕੇ ਰਹਿ ਗਏ ਹਾਂ। ਤੇ ਅੱਜ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਵਿੱਚ ਸਾਨੂੰ ਹੋਕਾ ਦੇ ਰਹੇ ਨੇ ਕਿ ਭਾਈ ਜੇ ਕੋਈ ਸੱਚ ਦੇ ਨਾਮ ਦਾ ਵਪਾਰੀ ਹੈ ਤਾਂ ਮੇਰੇ ਨਾਲ ਆ ਕੇ ਉਹ ਸੱਚ ਦਾ ਵਪਾਰ ਕਰੇ। ਜੈਸਾ ਰੰਗ ਕੁਸੁੰਭ ਕਾ ਤੈਸਾ ਏ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ ਕਹੁ ਰਵਿਦਾਸ ਸਮਾਰ। ਕਿ ਭਾਈ ਹੈ ਕੋਈ ਸੱਚ ਦੇ ਨਾਮ ਦਾ ਵਪਾਰੀ। ਤੇ ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ, ਕਿ ਭਾਈ ਜੋ ਸੱਚ ਦਾ ਨਾਮ ਹੁੰਦਾ ਹੈ ਨਾ, ਸੱਚ ਦਾ ਰੰਗ, ਉਸ ਪਰਮ ਪਿਤਾ ਪਰਮਾਤਮਾ ਦਾ ਰੰਗ, ਉਹ ਮਜੀਠ ਵਾਂਗ ਪੱਕਾ ਸਥਿਰ ਤੇ ਸਦੀਵੀ ਹੈ, ਉਹ ਕਦੇ ਖਤਮ ਨਹੀਂ ਜਾਂਦਾ। ਤੇ ਇਹੀ ਰੰਗ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਚੜਾਇਆ ਤਾਂ ਸਾਧ ਸੰਗਤ ਜੀ ਅੱਜ ਜੈ ਜੈਕਾਰ ਹੋ ਰਹੀ ਹੈ, ਨਮਸਕਾਰਾਂ ਹੁੰਦੀਆਂ ਨੇ। ਕਿੰਨੀ ਸ਼ਰਧਾ ਦੇ ਨਾਲ ਪੂਰੇ ਵਿਸ਼ਵ ਦੇ ਵਿੱਚ ਸਤਿਗੁਰਾਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਕਿਸ ਲਈ? ਕਿਉਂਕਿ ਉਹ ਸੱਚ ਦੇ ਮਾਰਗ ਤੇ ਆਪ ਚੱਲੇ, ਜੀਵਾਂ ਨੂੰ ਸੱਚ ਦੇ ਮਾਰਗ ਤੇ ਚਲਾਇਆ, ਵਹਿਮਾਂ ਭਰਮਾਂ ਅਡੰਬਰਾਂ ਦੇ ਵਿੱਚੋਂ ਲੋਕਾਂ ਨੂੰ ਕੱਢਿਆ। ਜਾਤ ਪਾਤ ਦਾ ਜਦ ਬੋਲ ਬਾਲਾ ਸੀ ਸਾਧ ਸੰਗਤ ਜੀ, ਉਸ ਦਾ ਖਾਤਮਾ ਕੀਤਾ। ਤੋ ਐਸੇ ਬੜੇ ਭਾਗਾਂ ਵਾਲੇ ਹੋ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਗੁਰੂ ਮਿਲੇ ਨੇ। ਪਰ ਸਾਧ ਸੰਗਤ ਜੀ ਜੇ ਭਾਗ ਜਗਾਣੇ ਨੇ ਤਾਂ ਉਹਨਾਂ ਦੇ ਦਿਖਾਏ ਮਾਰਗ ਤੇ ਵੀ ਸਾਨੂੰ ਚੱਲਣਾ ਪਵੇਗਾ। ਸੋ ਆਓ ਸਤਿਗੁਰਾਂ ਦੇ ਨਾਲ ਸੱਚ ਦਾ ਵਪਾਰ ਕਰੀਏ, ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਤੋਂ ਆਪ ਬਚੀਏ, ਆਪਣੇ ਬੱਚਿਆਂ ਨੂੰ ਬਚਾਈਏ। ਤੇ ਜੋ ਰਸਤਾ ਸਾਨੂੰ ਸਤਿਗੁਰੂ ਜੀ ਦਿਖਾ ਰਹੇ ਨੇ ਸਾਧ ਸੰਗਤ ਜੀ, ਇਹੀ ਰਸਤਾ ਸਾਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਵੀ ਉਹੀ ਗੱਲਾਂ ਕਹੀਆਂ ਪਾਵਨ ਪਵਿੱਤਰ। ਜਿਵੇਂ ਬਾਬਾ ਸਾਹਿਬ ਨੇ ਕਿਹਾ ਸੀ, ਪੜ੍ਹੋ, ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਮਾਧੋ ਅਵਿਦਿਆ ਹਿਤ ਕੀਨ, ਵਿਵੇਕ ਦੀਪ ਮਲੀਨ, ਸਤ ਵਿਦਿਆ ਕੋ ਪੜੈ ਪ੍ਰਾਪਤ ਕਰੈ ਸਦਾ ਗਿਆਨ। ਰਵਿਦਾਸ ਕਹੈ ਬਿਨ ਵਿਦਿਆ ਨਰਕੋ ਜਾਨ ਜਾਨ। ਕਿ ਭਾਈ ਅਸੀਂ ਸਿੱਖਿਆ ਤੋਂ ਬਗੈਰ ਕੁਝ ਵੀ ਨਹੀਂ ਹੈ। ਤੇ ਸਾਧ ਸੰਗਤ ਜੀ ਜੇ ਸਾਡੇ ਕੋਲ ਸਿੱਖਿਆ ਆ ਤਾਂ ਅਸੀਂ ਸੰਸਾਰ ਦੇ ਵਿੱਚ ਤਰੱਕੀਆਂ ਮਾਣ ਸਕਦੇ ਹਾਂ। ਆਪਣੇ ਬੱਚਿਆਂ ਨੂੰ ਖੂਬ ਪੜ੍ਹਾਓ, ਸਕੂਲਾਂ ਕਾਲਜਾਂ ਦੀ ਪੜ੍ਹਾਈ।
ਤੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਭਾਈ ਸਮਾਜ ਦੇ ਵਿੱਚ ਤਰੱਕੀਆਂ ਮਾਣਨ ਵਾਸਤੇ ਤੇ ਸਤਿਗੁਰਾਂ ਨੇ ਇਹ ਵੀ ਫਰਮਾਇਆ ਕਿ ਭਾਈ ਅਧਿਆਤਮਿਕ ਸਿੱਖਿਆ ਵੀ ਜ਼ਰੂਰੀ ਹੈ। ਕਿਤੇ ਇਹ ਨਾ ਹੋਵੇ ਕਿ ਸਕੂਲਾਂ ਕਾਲਜਾਂ ਦੇ ਵਿੱਚ ਵਧੀਆ ਪੜ੍ਹ ਕੇ ਸਾਡੇ ਜੋ ਬੱਚੇ ਨੇ ਉਹ ਸਮਾਜਿਕ ਤੌਰ ਤੇ ਪੜ੍ਹ ਜਾਣ ਤੇ ਅਧਿਆਤਮਿਕ ਤੌਰ ਤੇ ਵਹਿਮਾਂ ਭਰਮਾਂ ਦੇ ਸ਼ਿਕਾਰ ਹੋ ਜਾਣ। ਅਸੀਂ ਇਹ ਵੀ ਖਿਆਲ ਰੱਖਣਾ ਸਾਧ ਸੰਗਤ ਜੀ ਕਿ ਸਕੂਲਾਂ ਕਾਲਜਾਂ ਦੀ ਪੜ੍ਹਾਈ ਦੇ ਨਾਲ ਨਾਲ ਅਸੀਂ ਆਪਣੇ ਬੱਚਿਆਂ ਨੂੰ ਗੁਰਬਾਣੀ ਦਾ ਗਿਆਨ ਵੀ ਦੇਣਾ ਆ, ਤਾਂ ਜੋ ਸਾਡੇ ਜੋ ਬੱਚੇ ਨੇ ਉਹ ਕਿਤੇ ਵਹਿਮਾਂ ਭਰਮਾਂ ਡੰਬਰਾਂ ਦੇ ਵਿੱਚ ਮਾਨਸਿਕ ਤੌਰ ਤੇ ਗੁਲਾਮ ਨਾ ਹੋ ਜਾਣ। ਅੱਗੇ ਬਾਬਾ ਸਾਹਿਬ ਨੇ ਫਰਮਾਇਆ ਸੀ, ਜੁੜੋ ਸਤਿਗੁਰੂ ਜੀ ਫਰਮਾਉਂਦੇ ਨੇ, ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁਮਿਕੀਰਾ, ਕਿ ਭਾਈ ਅਸੀਂ ਸੱਚ ਦੇ ਨਾਲ ਆਪਸ ਵਿੱਚ ਮਿਲ ਕੇ ਰਹਿਣਾ ਹੈ, ਪਰ ਜੁੜਨਾ ਅਸੀਂ ਸੱਚ ਨਾਲ ਹੈ, ਝੂਠ ਜਾਂ ਬੇਈਮਾਨੀਆਂ ਨਾਲ ਨਹੀਂ ਜੁੜਨਾ, ਨਸ਼ੇ ਨਾਲ ਨਹੀਂ ਜੇ ਜੁੜਨਾ। ਤੇ ਜੁੜ ਕੇ ਅਸੀਂ ਸਾਧ ਸੰਗਤ ਜਿੱਗੇ ਬਾਬਾ ਸਾਹਿਬ ਨੇ ਫਰਮਾਇਆ ਸੀ ਸੰਘਰਸ਼ ਕਰੋ। ਸਤਿਗੁਰੂ ਜੀ ਫਰਮਾਉਂਦੇ ਨੇ, ਪਰਾਧੀਨਤਾ ਪਾਪ ਹੈ, ਜਾਣ ਲਿਓ ਰਹਿ ਮੀਤ ਰਵਿਦਾਸ ਦਾਸ ਪਰਾਧੀਨ ਸੋ ਕੌਣ ਕਰੇ ਹੈ ਪ੍ਰੀਤ, ਕਿ ਭਾਈ ਗੁਲਾਮਾਂ ਨਾਲ ਕੋਈ ਪਿਆਰ ਨਹੀਂ ਜੇ ਕਰਦਾ। ਸਾਧ ਸੰਗਤ ਜੀ ਗੁਲਾਮੀ ਭਾਵੇਂ ਸਰੀਰਕ ਹੋਵੇ ਚਾਹੇ ਮਾਨਸਿਕ ਹੋਵੇ, ਹਰ ਪ੍ਰਕਾਰ ਦੀ ਮਾੜੀ ਹੈ ਤੇ ਹਰ ਪ੍ਰਕਾਰ ਦੀ ਗੁਲਾਮੀ ਤੋਂ ਬਾਹਰ ਆਉਣ ਵਾਸਤੇ ਅਸੀਂ ਸੰਘਰਸ਼ ਕਰਨਾ ਆ। ਤੇ ਸਤਿਗੁਰੂ ਜੀ ਫਰਮਾਉਂਦੇ, ਭਾਈ ਜਦੋਂ ਸੰਘਰਸ਼ ਕਾਮਯਾਬ ਹੋ ਗਿਆ ਫਿਰ ਸਭ ਦਾ ਭਲਾ ਮੰਗਣਾ ਹੈ। ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਬਨ ਕੋ ਅੰਨ, ਛੋਟ ਬੜੇ ਸਭ ਸੰਬਸੈ ਰਵਿਦਾਸ ਰਹਿ ਪ੍ਰਸੰਨ, ਪਰ ਕਾ ਬੁਰਾ ਨਾ ਰਾਖੋ ਚੀਤ ਤੁਮਕੋ ਦੁੱਖ ਨਹੀਂ ਪਾਈ ਮੀਤ, ਕਿ ਭਾਈ ਸਭ ਦਾ ਹੀ ਭਲਾ ਮੰਗਿਆ ਕਰ। ਸੋ ਆਓ ਸਾਧ ਸੰਗਤ ਜੀ, ਪੜ੍ਹੋ ਲਿਖੋ, ਆਪਣੇ ਬੱਚਿਆਂ ਨੂੰ ਖੂਬ ਪੜ੍ਹਾਓ, ਵਹਿਮਾਂ ਭਰਮਾਂ ਡੰਬਰਾਂ ਤੋਂ ਬਚੋ ਤੇ ਆਪਣੇ ਅੰਦਰੋਂ ਸੱਚ ਦੀ ਖੋਜ ਕਰੀਏ। ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਸਾਨੂੰ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੇ ਨਾਲ ਜੋੜਿਆ ਹੈ। ਜਿਵੇਂ ਜਲ ਸਮੁੰਦਰ ਦੀ ਸਾਧ ਸੰਗਤ ਜੀ, ਸਮੁੰਦਰ ਦਾ ਜੋ ਪਾਣੀ ਹੈ ਤੇ ਉਸਦੀ ਲਹਿਰ, ਉਸਦੇ ਵਿੱਚ ਕੋਈ ਫਰਕ ਨਹੀਂ ਜੀ ਹੁੰਦਾ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਤੇ ਸਤਿਗੁਰੂ ਜੀ ਫਰਮਾਉਂਦੇ, ਭਾਈ ਤੇਰੇ ਤੇ ਰੱਬ ਦੇ ਵਿੱਚ ਕੋਈ ਫਰਕ ਨਹੀਂ ਹੈ। ਫਰਕ ਇੰਨਾ ਜਿਵੇਂ ਪਾਣੀ ਤੇ ਪਾਣੀ ਤੋਂ ਬਣੀ ਲਹਿਰ ਹੁੰਦੀ ਹੈ, ਸੋਨਾ ਤੇ ਸੋਨੇ ਤੇ ਬਣੇ ਗਹਿਣੇ ਹੁੰਦੇ ਨੇ, ਬਸ ਇੰਨਾ ਕੁ ਫਰਕ ਹੈ। ਤੇ ਫਰਕ ਵੀ ਉਦੋਂ ਸਮਝ ਆਵੇਗਾ ਸਾਧ ਸੰਗਤ ਜੀ ਜਦੋਂ ਅਸੀਂ ਗੁਰਾਂ ਦਾ ਗਿਆਨ ਪ੍ਰਾਪਤ ਕਰ ਲਵਾਂਗੇ। ਨਹੀਂ ਤਾਂ ਬਹੁਤੀ ਦੁਨੀਆ ਜੋ ਪ੍ਰਮਾਤਮਾ ਦੀ ਖੋਜ ਲਈ ਜੰਗਲਾਂ ਪਹਾੜਾਂ ਤੀਰਥ ਸਥਾਨਾਂ ਤੇ ਘੁੰਮਦੀ ਫਿਰਦੀ ਹੈ, ਸੱਚ ਫਿਰ ਵੀ ਨਹੀਂ ਜੇ ਪ੍ਰਾਪਤ ਹੁੰਦਾ। ਤੇ ਸਤਿਗੁਰੂ ਜੀ ਫਰਮਾਉਂਦੇ ਨੇ, ਜਦੋਂ ਵੀ ਸੱਚ ਦੀ ਪ੍ਰਾਪਤੀ ਹੋਣੀ ਭਾਈ ਤੇਰੇ ਅੰਦਰੋਂ ਹੀ ਹੋਣੀ ਹੈ। ਸਭ ਕੁਝ ਕਰਮੈ ਬਾਹਰ ਨਾਹੀ, ਬਾਹਰ ਢੋਲੇ ਸੋ ਪਰਮ ਭਲਾਈ। ਭਾਈ ਜੇ ਪ੍ਰਮਾਤਮਾ ਦੀ ਭਾਲ ਜੋ ਬਾਹਰ ਕਰਦੇ ਨੇ, ਸਤਿਗੁਰੂ ਜੀ ਫਰਮਾਉਂਦੇ, ਉਹ ਵਹਿਮਾਂ ਭਰਮਾਂ ਚ ਤੁਰੇ ਫਿਰਦੇ ਨੇ। ਜੈ ਕਾਰਨ ਤਟ ਤੀਰਥ ਜਾਈ, ਰਤਨ ਪਦਾਰਥ ਕਟਹੀ ਮਾਈ, ਕਿ ਭਾਈ ਜਿਸ ਪ੍ਰਮਾਤਮਾ ਨੂੰ ਲੱਭਣ ਵਾਸਤੇ ਲੋਕ ਦੂਰ ਦੂਰ ਜਾਂਦੇ ਨੇ, ਉਹ ਪ੍ਰਮਾਤਮਾ ਤਾਂ ਸਾਡੇ ਅੰਦਰ ਬੈਠਾ ਆ। ਪਰ ਮਿਲੇਗਾ ਕਿਵੇਂ? ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਗੁਰੂ ਦੇ ਗਿਆਨ ਦੇ ਨਾਲ। ਜੀ ਬਾਸੋ ਓੰਕਾਰ ਜਪ, ਹਥਨ ਸੋ ਕਰਕਾਰ, ਰਾਮ ਮਿਲੇ ਘਰ ਆਏ ਕਰ, ਕਹਿ ਰਵਿਦਾਸ ਵਿਚਾਰ, ਕਿ ਭਾਈ ਹੱਥਾਂ ਨਾਲ ਕਿਰਤ ਕਰੋ ਤੇ ਜੀਬਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰੋ, ਉਹ ਸਾਰੀ ਦੁਨੀਆ ਦਾ ਮਾਲਕ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਵੇ। ਸਾਧ ਸੰਗਤ ਜੀ, ਇੰਨੀਆਂ ਕੁ ਬੇਨਤੀਆਂ ਦੀਆਂ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਚੁੱਕਾਂ ਦੀਆਂ क्षमा। ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ, ਊਚ ਨੀਚ ਤੁਮ ਤੇ ਤਰੇ, ਆਲਜ ਸੰਸਾਰ। ਹਰ ਸੋ ਹੀਰਾ ਛਾੜ ਕੇ, ਕਰਹਿ ਆਨ ਕੀ ਆਸ, ਤੇ ਨਰ ਦੋਜਕ ਜਾਹਿੰਗੇ, ਸਤ ਪਾਖੈ ਰਵਿਦਾਸ। ਤੇ ਨਰ ਦੋਜਕ ਜਾਹਿੰਗੇ, ਸਤ ਪਾਖੈ ਰਵਿਦਾਸ। ਜੋ ਬੋਲੇ ਸੋ ਨਿਰਭੈ, ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ। ਜੈ ਗੁਰਦੇਵ, ਧੰਨ ਗੁਰਦੇਵ, ਸਤਨਾਮ ਸਤਨਾਮ ਸੋਹੰ ਸਤਨਾਮ।